ਹੈਲੋ ਗਾਈਜ਼, ਵੈਲਕਮ ਟੂ ਜੀਕੇ ਪਾਠਸ਼ਾਲਾ। ਅੱਜ ਆਪਾਂ ਕਰਨ ਜਾ ਰਹੇ ਹਾਂ ਕੰਪਲੈਕਸ ਨੰਬਰ ਫॉर ਕੰਪੀਟੀਟਿਵ ਐਗਜ਼ਾਮਸ ਮਾਸਟਰ ਕੈਡਰ IIT JEE। ਸਭ ਤੋਂ ਪਹਿਲਾਂ ਦੇਖੋ, ਵਾਈ ਡੂ ਵੀ ਨੀਡ ਕੰਪਲੈਕਸ ਨੰਬਰਸ। ਕੰਪਲੈਕਸ ਨੰਬਰ ਹੁੰਦੇ ਕੀ, ਜਿਵੇਂ x² + 1 = 0 ਹੈ। x² ਦੀ ਵੈਲਿਊ ਕਿੰਨੀ ਹੈ ਜੀ, = 1 - 1 x प्लस माइनस √-1। बट √-1 डज नॉट एग्जिस्ट इन रीयल नंबरस। √-1 ਕੀ ਰੀਅਲ ਨੰਬਰ 'ਚ ਐਗजिस्ट ਨਹੀਂ ਕਰਦਾ। ਇਹਨੂੰ ਡਿਨੋਟ ਕਰਦੇ ਆਪਾਂ ਸਿੰਬਲ I ਨਾਲ, ਵਿਚ ਸਟੈਂਡਸ ਫॉर ਓਇਟਾ। ਸੋ ਦਾ ਸੋਲਿਊਸ਼ਨ ਇਨ ਦਿਸ ਇਕੁਏਸ਼ਨ ਇਜ਼ +- ਆਈਟਾ। ਇਹਨੂੰ ਕਹਿੰਦੇ ਆਪਾਂ ਕੰਪਲੈਕਸ ਨੰਬਰ। ਇਹ ਰੀਅਲ ਨੰਬਰ 'ਚ ਨਹੀਂ ਆਉਂਦਾ, ਠੀਕ ਹੈ। ਆਈਟੇ ਦੀ ਵੈਲਿਊ ਕਿੰਨੀ ਹੈ, √-1। ਹੁਣ ਕੰਪਲੈਕਸ ਨੰਬਰ ਦੇਖੋ ਕਿਵੇਂ। ਇੱਕ ਤਾਂ ਹੁੰਦਾ ਰੀਅਲ, ਜਿਹ 'ਚ ਇਫ b = 0 z = a। ਹੁਣ ਦੇਖੋ ਕੰਪਲੈਕਸ ਨੰਬਰ ਨੂੰ ਆਪਾਂ ਰਿਪਰਜੈਂਟ ਕਿਵੇਂ ਕਰਦੇ ਹਾਂ। ਇਹਨੂੰ ਰਿਪਰਜੈਂਟ ਕਰਦੇ ਹਾਂ ਆਪਾਂ a + ਆਈਟਾ b। ਹੁਣ ਦੇਖੋ ਰੀਅਲ 'ਚ ਕੀ ਹੋ ਜਾਊਗਾ, ਜੇ b 0 ਹੋ ਗਿਆ ਫਿਰ ਇਕੱਲਾ ਕੀ ਰਹਿ ਜਾਊਗਾ, a ਰਹਿ ਜਾਊਗਾ। ਪਿਓਰਲੀ ਇਮੇਜਨਰੀ 'ਚ a 0 ਹੋ ਜਾਊਗਾ, ਫਿਰ a ਕਿੰਨਾ ਰਹਿ ਜਾਊਗਾ ਇਕੱਲਾ, z = b ਆਈਟਾ। ਇਮੇਜਨਰੀ 'ਚ z = a + ਆਈਟਾ b। ਇਹਨੂੰ ਕਹਿੰਦੇ ਆਪਾਂ ਪਿਓਰਲੀ, ਇਹਨੂੰ ਕਹਿੰਦੇ ਇਮੇਜਨਰੀ। ਇਹ ਬਹੁਤ ਥਾਂ 'ਤੇ ਆਪਾਂ ਟਰਮ ਯੂਜ਼ ਕਰਾਂਗੇ, ਇਹਨੂੰ ਧਿਆਨ ਵਿੱਚ ਰੱਖਿਓ। ਨੈਕਸਟ ਵਨ ਹੈ ਮਤਲਬ √a × √b। ਇਹ ਕਿੰਨੇ ਬਰਾਬਰ √ab ਦੇ। ਫॉर एनी टू रियल numbers √a × √b = √ab is true only when at least one of ab is either positive or 0. In other words, is not valid if a and b both are negative. If a and b positive real numbers, then is equal to this। ਇਹ ਸੋ ਰਿਜ਼ਲਟ ਨੇ ਤੁਹਾਨੂੰ ਯਾਦ ਰੱਖਣੇ ਪੈਣਗੇ। ਅੱਗੇ ਦੇਖੋ ਹੁਣ ਪ੍ਰੋਪਰਟੀਜ਼ ਕੀ ਨੇ ਆਈਟੇ ਦੀਆਂ। ਆਈਟਾ = √-1 ਹੁੰਦੀ ਹੈ ਇਹਦੀ ਵੈਲਿਊ। ਜੇ ਆਈਟਾ ਸਕੇਅਰ ਕਰਦੇ ਆਪਣੇ ਵੀ ਕੀ ਆ ਜੂ -1। ਆਈਟਾ ਦੀ ਕਿਊਬ ਕਰਦੇ ਹਾਂ, ਤੋੜ ਸਕਦੇ ਆਪਾਂ। ਆਈਟਾ ਸਕੇਅਰ × ਆਈਟਾ = -ਆਈਟਾ। ਆਈਟਾ ਦੀ 4, ਆਈਟਾ ਸਕੇਅਰ ਦਾ ਸਕੇਅਰ, -1 ਦਾ ਸਕੇਅਰ ਕਰਾਂਗੇ = 1। ਹੁਣ ਇਹਦੇ ਵਿੱਚ ਇਹ ਧਿਆਨ 'ਚ ਰੱਖਿਓ, ਆਪਾਂ ਕਿਸੇ ਵੀ ਵੈਲਿਊ ਕੱਢ ਸਕਦੇ ਹਾਂ, ਕਿੰਨਾ ਵੀ ਆ ਜਾਵੇ। ਮੰਨ ਲਓ ਆਪਣੇ ਲਵੇ ਆਈਟੇ ਦੀ ਪਾਵਰ 49 ਆ ਜਾਂਦਾ। ਹੁਣ ਜਿਹੜੀ ਦੀ ਪਾਵਰ ਹੈ ਪਹਿਲਾਂ ਉਹਨੂੰ 4 ਨਾਲ ਡਿਵਾਈਡ ਕਰ ਦਿਓ। 49 / 4 ਆਪਣੇ ਲਵੇ ਕਿੰਨਾ ਰਿਮਾਈਂਡਰ ਕਿੰਨਾ ਬਚਦਾ। ਇਹਦੇ ਰਿਮਾਈਂਡਰ ਚੈੱਕ ਕਰਨਾ ਹੁੰਦਾ ਤੁਸੀਂ, ਜਿਵੇਂ 4 × 1 = 4, 4 × 2 = 8। ਰਿਮਾਈਂਡਰ ਕਿੰਨਾ ਬਚਦਾ ਆਪਣੇ ਲਵੇ, 1 ਬਚਦਾ ਨਾ, ਮਤਲਬ ਆਈਟਾ ਦੀ ਪਾਵਰ 1। ਇਹਦੀ ਆਨਸਰ ਕਿੰਨਾ ਆ ਜੂਗਾ ਇਹਦਾ, ਓਨਲੀ ਆਈਟਾ। ਇਹਦੇ ਵਿੱਚ ਆਈਆਂ ਕਿੰਨੀ ਵੀ ਵੈਲਿਊ ਲੈ ਸਕਦੇ ਹੋ ਤੁਸੀਂ, 100, 1000। ਉਹਨੂੰ ਆਪਾਂ 4 ਨਾਲ ਡਿਵਾਈਡ ਕਰਕੇ ਰਿਮਾਈਂਡਰ ਲੈ ਲਿਆ ਕਰਾਂਗੇ, ਉਹ ਪਾਵਰ 'ਚ ਲੈ ਕੇ ਫਿਰ ਉਹਨੂੰ ਸਿੰਪਲੀ ਸੋਲਵ ਕਰਨਾ। ਇਹ ਵੈਲਿਊ ਤੁਹਾਨੂੰ ਯਾਦ ਰੱਖਣੀਆਂ ਪੈਣਗੀਆਂ ਇਹਦੇ ਵਿੱਚ, ਆਈਟਾ, ਆਈਟਾ ਸਕੇਅਰ, ਆਈਟਾ ਕਿਊਬ ਅਤੇ ਆਈਟਾ 4 ਦੀ, ਠੀਕ ਹੈ। ਇਸ ਤੋਂ ਬਾਅਦ ਆ ਗਏ ਹੁਣ ਇਹਦੇ ਓਪਰੇਸ਼ਨਸ ਕਿਵੇਂ ਅਪਲਾਈ ਕਰ ਸਕਦੇ ਹਾਂ ਇਹ 'ਤੇ ਆਪਾਂ। z1 = ਠੀਕ ਹੈ, ਦੱਸਿਆ ਸੀ ਨਾ ਉਹ z ਕੰਪਲੈਕਸ ਨੰਬਰ ਨੂੰ ਕਿਵੇਂ ਰਿਪਰਜੈਂਟ ਕਰਦੇ ਹਾਂ। z = a + ਆਈਟਾ b ਐਂਡ z2 ਲੈ ਲਿਆ c + ਆਈਟਾ d। ਐਡੀਸ਼ਨ z1 + z2 a + ਆਈਟਾ b + c + ਆਈਟਾ d। ਇਹ ਰੀਅਲ ਪਾਰਟਸ ਨੂੰ ਅਲੱਗ ਜੋੜਾਂਗੇ ਆਪਾਂ, ਇਮੇਜਨਰੀ ਪਾਰਟਸ ਨੂੰ ਅਲੱਗ ਜੋੜ ਦਾਂਗੇ। ਸਬਟਰੈਕਸ਼ਨ 'ਚ ਵੀ ਰੀਅਲ ਪਾਰਟਸ ਦੀ ਸਬਟਰੈਕਸ਼ਨ ਐਂਡ ਇਮੇਜਨਰੀ ਪਾਰਟ ਦੀ ਸਬਟਰੈਕਸ਼ਨ ਹੋਊਗੀ, ਠੀਕ ਹੈ। ਨੈਕਸਟ ਵਨ ਹੈ ਮਲਟੀਪਲੀਕੇਸ਼ਨ। ਮਲਟੀਪਲੀਕੇਸ਼ਨ 'ਚ ਕੀ ਹੋਊਗਾ, ਉਵੇਂ ਇਹ ਵੀ ਸਿੰਪਲੀ ਮਲਟੀਪਲਾਈ ਹੈ। a ਨੂੰ c ਨਾਲ, a ਨੂੰ ਆਈਟਾ d ਨਾਲ, ਫਿਰ ਆਈਟਾ b ਨੂੰ c ਨਾਲ, ਆਈਟਾ ਨੂੰ d ਨਾਲ, ਠੀਕ ਹੈ। ਡਿਵੀਜ਼ਨ 'ਚ ਕੀ ਕੀਤਾ ਇਹਨਾਂ ਨੇ, ਰੇਸ਼ਨਲਾਈਜ਼ ਕੀਤਾ। ਇਹਨੂੰ ਰੇਸ਼ਨਲਾਈਜ਼ ਕਰ ਦਿਓ ਤਾਂ ਇਹ ਸੋਲਵ ਕਰਕੇ ਆਪਾਂ ਕੱਢ ਸਕਦੇ ਹਾਂ। ਹੁਣ ਰਿਪਰਜੈਂਟੇਸ਼ਨ ਆਫ ਕੰਪਲੈਕਸ ਨੰਬਰ। ਕਿਸੇ ਵੀ ਕੰਪਲੈਕਸ ਨੰਬਰ ਨੂੰ ਆਪਾਂ ਰਿਪਰਜੈਂਟ ਕਰਦੇ ਹਾਂ। ਇਹ ਗ੍ਰਾਫ ਹੁੰਦਾ, ਜਿਵੇਂ ਆਪਾਂ ਨੂੰ ਪਤਾ x ਐਕਸਿਸ ਹੋ ਗਿਆ, ਇੱਕ ਆਪਣੇ ਲਵੇ y ਐਕਸਿਸ ਹੋ ਗਿਆ। ਆ x ਐਕਸਿਸ ਹੋ ਗਿਆ ਆਪਣੇ ਲਈ, ਆ y ਐਕਸਿਸ ਹੋ ਗਿਆ। ਹੁਣ ਦੇਖੋ x ਐਕਸਿਸ ਇਹਨੂੰ ਕੀ ਕਹਿੰਦੇ ਆਪਾਂ, ਰੀਅਲ ਐਕਸਿਸ, ਅਤੇ y ਐਕਸਿਸ ਨੂੰ ਕਹਿੰਦੇ ਆਪਾਂ ਇਮੇਜਨਰੀ ਐਕਸਿਸ। z ਦੀ ਵੈਲਿਊ ਕਿੰਨੀ ਹੁੰਦੀ ਹੈ, x + ਆਈਟਾ y। x ਦੀ ਵੈਲਿਊ ਅਤੇ y ਦੀ ਵੈਲਿਊ, ਆ p ਪੁਆਇੰਟ ਆ ਗਿਆ ਆਪਣੇ ਲਵੇ। ਇਹਨੂੰ ਕਹਿੰਦੇ ਆਪਾਂ ਰਿਪਰਜੈਂਟੇਸ਼ਨ ਆਫ ਕੰਪਲੈਕਸ ਨੰਬਰ। ਹੇਅਰ p x y, ਇਹ ਪੁਆਇੰਟ p ਇਜ਼ ਅਰਗਾਨ ਪਲੇਨ ਰਿਪਰਜੈਂਟਿੰਗ ਕੰਪਲੈਕਸ ਨੰਬਰ z = x + ਆਈਟਾ y। ਇਸ ਤਰ੍ਹਾਂ ਆਪਾਂ ਕਿਸੇ ਵੀ ਕੰਪਲੈਕਸ ਨੰਬਰ ਨੂੰ ਰਿਪਰਜੈਂਟ ਕਰ ਸਕਦੇ ਹਾਂ। ਮੰਨ ਲਓ z = 2 + 3 ਆਈਟਾ, 2 + 3 ਆਈਟਾ। ਆਪਾਂ ਉਵੇਂ ਗ੍ਰਾਫ ਬਣਾਵਾਂਗੇ, ਜਿਵੇਂ 1 2 1 2 ਐਂਡ 3। ਇਹਦੇ ਵਿੱਚ ਪੁਆਇੰਟ ਕਿੱਥੇ ਆ ਜੂਗਾ, ਇਹ ਰਿਪਰਜੈਂਟ ਕਰ ਦਾਂਗੇ ਇਹਨੂੰ ਉਰੇ। ਇਹ ਕੀ ਹੈਗਾ ਆਪਣਾ, ਇਮੇਜਨਰੀ ਨੰਬਰ ਦੀ ਰਿਪਰਜੈਂਟੇਸ਼ਨ ਆ ਗਈ, ਠੀਕ ਹੈ। ਇਸ ਤਰ੍ਹਾਂ ਆਪਾਂ ਕਿਸੇ ਵੀ ਕੰਪਲੈਕਸ ਨੰਬਰ ਦੀ ਰਿਪਰਜੈਂਟੇਸ਼ਨ ਦੇ ਸਕਦੇ ਹਾਂ।
ਇਸ ਤੋਂ ਬਾਅਦ ਆ ਗਿਆ ਕੰਜੂਗੇਟ ਆਫ ਕੰਪਲੈਕਸ ਨੰਬਰ। ਇਹ ਇੰਪੋਰਟੈਂਟ ਹੈ ਕਿ ਜਦੋਂ ਕਿਸੇ ਵੀ ਕੰਜੂਗੇਟ ਆਫ ਅ ਕੰਪਲੈਕਸ ਨੰਬਰ ਇਜ਼ ਨੋਟਡ ਬਾਈ ਜ਼ੈਡ ਐਂਡ ਇਫ ਜ਼ੈਡ ਇਜ਼ ਇਕੁਅਲ ਟੂ a ਪਲਸ ਆਈਟਾ b ਦੈਨ ਜ਼ੈਡ ਦਾ ਕੰਜੂਗੇਟ ਇਜ਼ ਇਕੁਅਲ ਟੂ a ਮਾਈਨਸ ਆਈਟਾ b। ਇਹਦੇ ਵਿੱਚ ਆਈਟੇ ਦੇ ਮੂਹਰੇ ਸਾਈਨ ਚੇਂਜ ਹੋ ਜਾਂਦਾ, ਜਿਹੜਾ ਆਈਟੇ ਮਾਈਨਸ ਹੈ ਤਾਂ ਪਲਸ 'ਚ ਹੋ ਜੂ, ਪਲਸ ਹੈ ਤਾਂ ਮਾਈਨਸ। ਇਹਨੂੰ ਕਹਿੰਦੇ ਆਪਾਂ ਇਹਦਾ ਜ਼ੈਡ ਦਾ ਕੰਜੂਗੇਟ। ਕੰਜੂਗੇਟ ਲਈ ਇਹਨੂੰ ਬਾਰ ਲਗਾਉਣੇ ਆਪਾਂ, ਜ਼ੈਡ ਬਾਰ। ਠੀਕ ਹੈ। ਪ੍ਰੋਪਰਟੀਜ਼ ਆਫ ਕੰਜੂਗੇਟ, ਇਹ ਕੁਛ ਕੁ ਪ੍ਰੋਪਰਟੀਜ਼ ਇਹ ਤੁਹਾਨੂੰ ਯਾਦ ਰੱਖਣੀਆਂ ਪੈਣੀਆਂ ਕੰਜੂਗੇਟ ਦੀ। ਜਿਵੇਂ Z1 ਪਲਸ ਮਾਈਨਸ Z2 ਸਾਰੇ ਦੇ ਉੱਤੇ ਕੰਜੂਗੇਟ ਹੈ ਤਾਂ ਇਕੱਲੇ ਇਕੱਲੇ ਉੱਤੇ ਕੰਜੂਗੇਟ ਲਿਖ ਸਕਦੇ, Z1 ਕੰਜੂਗੇਟ ਪਲਸ ਮਾਈਨਸ Z2 ਕੰਜੂਗੇਟ। ਅਸੀਂ ਡਿਵੀਜ਼ਨ 'ਚ ਜੇ ਕੰਜੂਗੇਟ ਹੈ Z1 ਅਪੋਨ Z2 ਸਾਰੇ ਕੰਜੂਗੇਟ ਇਕੱਲੇ ਇਕੱਲੇ ਕੰਜੂਗੇਟ। ਇਹਦੇ ਵਿੱਚ ਕੰਡੀਸ਼ਨ ਕੀ ਹੈ, ਡਿਨੋਮੀਨੇਟਰ ਨੋਟ ਇਕੁਅਲ ਟੂ 0। ਮਲਟੀਪਲੀਕੇਸ਼ਨ 'ਚ ਕੰਜੂਗੇਟ ਹੈ Z1 ਮਲਟੀਪਲਾਈ ਬਾਈ Z2 ਸਾਰੇ ਕੰਜੂਗੇਟ ਇਕੁਅਲ Z1 ਕੰਜੂਗੇਟ ਮਲਟੀਪਲਾਈ ਬਾਈ Z2 ਕੰਜੂਗੇਟ। ਰੀਅਲ ਪਾਰਟ ਆਫ Z ਇਜ਼ ਇਕੁਅਲ ਟੂ Z ਪਲਸ Z ਦਾ ਕੰਜੂਗੇਟ ਡਿਵਾਈਡ ਬਾਈ 2। ਇਹਦੇ ਵਿੱਚ ਦੇਖੋ ਆ ਇੰਪੋਰਟੈਂਟ ਪ੍ਰੋਪਰਟੀ ਹੈ। ਆਪਾਂ ਕਿਸੇ ਕੰਪਲੈਕਸ ਨੰਬਰ ਦਾ ਰੀਅਲ ਪਾਰਟ ਕਰਨਾ ਹੋਵੇ ਉਹਦੇ ਲਈ ਫਾਰਮੂਲਾ ਕੀ ਹੈ, Z ਪਲਸ Z ਕੰਜੂਗੇਟ ਡਿਵਾਈਡ ਬਾਈ 2। ਅਸੀਂ ਇਮੇਜਨਰੀ ਪਾਰਟ ਕਰਨਾ ਹੋਵੇ Z ਮਾਈਨਸ Z ਕੰਜੂਗੇਟ ਡਿਵਾਈਡ ਬਾਈ 2 ਆਈਟਾ। Z ਡਬਲ ਕੰਜੂਗੇਟ ਕਰਦੇ ਹੋ ਬਰਾਬਰ Z ਦੀ ਆ ਜਾਂਦਾ ਅਤੇ Z ਦਾ ਮੋਡੂਲਸ ਇਕੁਅਲ ਟੂ Z ਦੇ ਕੰਜੂਗੇਟ। Z ਮਲਟੀਪਲਾਈ Z ਕੰਜੂਗੇਟ ਇਜ਼ ਇਕੁਅਲ ਟੂ Z ਸਕੇਅਰ ਹੁੰਦਾ। ਠੀਕ ਹੈ। ਇਸ ਤੋਂ ਬਾਅਦ ਡਿਸਟੈਂਸ P ਫਰੋਮ ਦਾ ਓਰੀਜਨ। ਹੁਣ ਤੁਸੀਂ ਕਿਸੇ ਵੀ P ਪੁਆਇੰਟ ਦਾ ਡਿਸਟੈਂਸ ਕਿਵੇਂ ਕੱਢ ਸਕਦੇ ਹੋ ਓਰੀਜਨ ਤੋਂ। ਇਫ Z ਇਜ਼ ਇਕੁਅਲ ਟੂ X ਪਲਸ ਆਈਟਾ ਵਾਈ ਦੈਨ PXY ਇਜ਼ ਅ ਪੁਆਇੰਟ ਰਿਪਰਜੈਂਟਿੰਗ Z ਔਨ ਕੰਪਲੈਕਸ ਪਲੇਨ। ਆਪਾਂ ਕੀਤੇ ਸੀ ਰੀਅਲ ਐਕਸਿਸ ਅਤੇ ਇਮੇਜਨਰੀ ਐਕਸਿਸ ਲੈ ਕੇ ਪੁਆਇੰਟ ਆਪਾਂ ਰਿਪਰਜੈਂਟ ਕਰ ਸਕਦੇ ਹਾਂ ਕਿਸੇ ਵੀ ਪਲੇਨ 'ਚ। ਇਮੇਜਨਰੀ ਐਕਸਿਸ ਨੂੰ ਰਿਪਰਜੈਂਟ ਕਰਨ ਲਈ ਕੰਪਲੈਕਸ ਨੰਬਰ ਨੂੰ। ਇਸ ਤਰ੍ਹਾਂ ਆਪਾਂ ਇਹਦਾ ਓਰੀਜਨ ਤੋਂ ਜੇ ਡਿਸਟੈਂਸ ਕੱਢਣਾ ਹੋਵੇ, ਡਿਸਟੈਂਸ ਫਾਰਮੂਲਾ ਹੁੰਦਾ, ਤੁਸੀਂ ਪਹਿਲਾਂ ਵੀ ਕੀਤਾ ਹੋਣਾ। ਡਿਸਟੈਂਸ ਫਾਰਮੂਲਾ ਕੀ ਹੁੰਦਾ, x2 ਮਾਈਨਸ x1 ਦਾ ਹੋਲ ਸਕੇਅਰ ਪਲਸ y2 ਮਾਈਨਸ y1 ਦਾ ਹੋਲ ਸਕੇਅਰ। ਹੁਣ ਇੱਥੇ ਕਿਹੜੇ ਕਿਹੜੇ ਦੋ ਪੁਆਇੰਟ ਨੇ, ਇੱਕ ਤਾਂ XY ਪੁਆਇੰਟ ਹੈ, ਇੱਕ 0 0 ਹੈ। x ਮਾਈਨਸ 0 ਦਾ ਹੋਲ ਸਕੇਅਰ, x ਮਾਈਨਸ 0 ਦਾ ਹੋਲ ਸਕੇਅਰ ਪਲਸ y ਮਾਈਨਸ 0 ਦਾ ਹੋਲ ਸਕੇਅਰ। ਇਹਦੇ ਵਿੱਚ ਕੀ ਬਣ ਜੂ, ਆ OP ਡਿਸਟੈਂਸ ਆ ਜੂਗਾ ਆਪਣੇ ਲਈ। ਮਤਲਬ ਇਸ ਤਰ੍ਹਾਂ ਮੋਡੂਲਸ ਆਫ Z ਇਜ਼ ਰਿਪਰਜੈਂਟ ਬਾਈ ਦਿਸ ਵੇਅਰ Z ਮੋਡੂਲਸ ਇਜ਼ ਇਕੁਅਲ ਟੂ ਰੂਟ ਰੀਅਲ ਪਾਰਟ ਦਾ ਸਕੇਅਰ ਪਲਸ ਇਮੇਜਨਰੀ ਪਾਰਟ ਦਾ ਸਕੇਅਰ। ਦਿਸ ਇਜ਼ ਕੋਲਡ ਮੋਡੂਲਸ ਆਫ Z। ਕਿਸੇ ਦੇ ਵੀ ਆਪਾਂ ਮੋਡੂਲਸ ਕੱਢਣਾ ਉਹਦਾ ਇੱਕ ਤਰ੍ਹਾਂ ਦਾ ਆਪਾਂ ਇਮੇਜਨਰੀ ਉਹਦਾ ਪੁਆਇੰਟ ਦਾ ਓਰੀਜਨ ਤੋਂ ਡਿਸਟੈਂਸ ਕੱਢਣਾ ਹੁੰਦਾ, ਇਹਨੂੰ ਕਹਿੰਦੇ ਆਪਾਂ ਮੋਡੂਲਸ ਦਾ ਫਾਰਮੂਲਾ ਆ ਗਿਆ ਆਪਣੇ ਲਈ ਰੀਅਲ ਪਾਰਟ ਦਾ ਸਕੇਅਰ ਪਲਸ ਇਮੇਜਨਰੀ ਪਾਰਟ ਦਾ ਸਕੇਅਰ ਸਾਰੇ ਦਾ ਸਕੇਅਰ ਰੂਟ। ਹੁਣ ਪ੍ਰੋਪਰਟੀਜ਼ ਕੀ ਨੇ ਮੋਡੂਲਸ ਦੀਆਂ, ਉਮੀਦ ਜਿਵੇਂ ਆਪਾਂ ਦੂਸਰੀਆਂ ਪ੍ਰੋਪਰਟੀਜ਼ ਨੇ Z ਇਜ਼ ਇਕੁਅਲ ਟੂ Z ਮੋਡੂਲਸ ਦਾ ਕੰਜੂਗੇਟ Z1 ਪਲਸ Z2 ਟਰਾਇੰਗਲ ਇਨਕੁਐਲਿਟੀ। ਇਹ ਟਰਾਇੰਗਲ ਇਨਕੁਐਲਿਟੀ ਇੰਪੋਰਟੈਂਟ ਹੈ, ਇਹਦੀ ਪ੍ਰੋਪਰਟੀ ਬਹੁਤ ਥਾਂ 'ਤੇ ਯੂਜ਼ ਕਰਾਂਗੇ ਆਪਾਂ। Z1 ਪਲਸ Z2 ਇਜ਼ ਆਲਵੇਜ਼ ਸਮਾਲਰ ਦੈਨ ਇਕੁਅਲ ਟੂ Z1 ਦਾ ਮੋਡੂਲਸ ਪਲਸ Z2 ਦਾ ਮੋਡੂਲਸ, ਅਤੇ Z1 ਮਾਈਨਸ Z2 ਦਾ ਮੋਡੂਲਸ ਇਜ਼ ਗ੍ਰੇਟਰ ਦੈਨ ਇਕੁਅਲ ਟੂ Z1 ਪਲਸ Z2। ਦੋਨੋਂ ਹੀ ਮਲਟੀਪਲਾਈ ਅਲੱਗ ਅਲੱਗ ਕਰਕੇ ਕਰ ਸਕਦੇ ਹਾਂ, ਡਿਵੀਜ਼ਨ ਵੀ ਅਲੱਗ ਅਲੱਗ ਕਰ ਸਕਦੇ। ਮੰਨ ਲਓ Z ਦੀ ਪਾਵਰ N ਦਾ ਕੰਜੂਗੇਟ ਹੈ ਤਾਂ ਉਹਦਾ ਕੰਜੂਗੇਟ ਕਰਕੇ ਫਿਰ ਪਾਵਰ ਲੈ ਸਕਦੇ ਹਾਂ। ਇਹ ਸਾਰੇ ਪ੍ਰੋਪਰਟੀਜ਼ ਧਿਆਨ 'ਚ ਰੱਖਿਓ। ਅੱਗੇ ਆ ਗਿਆ ਆਪਣੇ ਕੋਲ ਆਰਗੂਮੈਂਟਸ ਆਫ ਆ ਕੰਪਲੈਕਸ ਨੰਬਰ। ਹੁਣ ਆਰਗੂਮੈਂਟ ਕੀ ਹੁੰਦੀ ਹੈ, ਕਹਿੰਦੇ ਇਫ ਪੁਆਇੰਟ XY represent complex number Z then the angle that line OP makes with the real axis taken in anti-clockwise direction is known as argument or amplitude of Z denoted by ARG Z is equal to theta। ਇਹ ਆਰਗੂਮੈਂਟ ਹੁੰਦਾ ਕਿ ਇਹ ਉਹ ਐਂਟੀ ਕਲੋਕਵਾਈਜ਼ ਡਾਇਰੈਕਸ਼ਨ 'ਚ ਐਂਗਲ ਹੁੰਦਾ ਜਿਹੜਾ POP ਲਾਈਨ ਬਣਾਉਂਦੀ ਹੈ ਰੀਅਲ ਐਕਸਿਸ ਨਾਲ। ਇਹਨੂੰ ਕਹਿੰਦੇ ਆਪਾਂ ਆਰਗੂਮੈਂਟ ਆਫ ਆ ਕੰਪਲੈਕਸ ਨੰਬਰ। ਫਰੋਮ ਡਾਇਗਰਾਮ ਆਪਾਂ ਦੇਖ ਹੀ ਸਕਦੇ ਹਾਂ ਟੈਨ ਥੀਟਾ ਕਿਹਦੇ ਬਰਾਬਰ ਹੋਊਗਾ, Y ਪੌਨ X ਦੇ। Y ਕੀ ਹੈ, ਇਮੇਜਨਰੀ ਆਫ Z, ਅਤੇ X ਕੀ ਹੈ, ਰੀਅਲ ਪਾਰਟ ਆਫ ਕੰਪਲੈਕਸ ਨੰਬਰ। ਆਰਗੂਮੈਂਟ ਲਾਈਜ਼ ਬਿਟਵੀਨ 0 to 2π। ਇਹ ਤੁਸੀਂ ਧਿਆਨ ਰੱਖਣਾ ਹਮੇਸ਼ਾ ਆਰਗੂਮੈਂਟ 0 to 2π ਦੇ ਵਿੱਚ ਲਈ ਕਰਦੀ ਹੈ। ਠੀਕ ਹੈ। ਅੱਗੇ ਆਪਾਂ ਇਸ ਤੋਂ ਬਾਅਦ ਸਮ ਵੀ ਦੇਖਾਂਗੇ ਇਹਦੇ ਕਿਸ ਤਰ੍ਹਾਂ ਇਹਨੂੰ ਸੋਲਵ ਕਰ ਸਕਦੇ ਹਾਂ। ਹੁਣ ਇਸ ਤੋਂ ਬਾਅਦ ਹੈਗਾ ਪ੍ਰਿੰਸੀਪਲ ਆਰਗੂਮੈਂਟ। ਹੁਣ ਇਹ ਆਰਗੂਮੈਂਟ ਅਤੇ ਪ੍ਰਿੰਸੀਪਲ ਆਰਗੂਮੈਂਟ ਇੱਕੋ ਜਿਹੀ ਹੁੰਦੇ ਆ, ਬਸ ਇਹਨਾਂ ਫਰਕ ਕੀ ਹੈ, ਆਰਗੂਮੈਂਟ ਦੇਖੋ ਕਿੰਨੇ ਤੋਂ ਕਿੰਨੇ ਵਿੱਚ ਲਾਈ ਕਰਦੀ, 0 to 2π ਦੇ ਵਿੱਚ ਲਾਈ ਕਰਦੀ ਹੈ, ਅਤੇ ਪ੍ਰਿੰਸੀਪਲ ਆਰਗੂਮੈਂਟ -π ਤੋਂ π ਦੇ ਵਿੱਚ ਲਾਈ ਕਰਦੀ ਹੈ। ਓਨਲੀ ਡਿਫਰੈਂਸ ਇਨ ਥਰਡ ਸਟੈਪ ਆਫ ਫਾਈਂਡਿੰਗ ਆਰਗੂਮੈਂਟ ਰੈਸਟ ਟੇਕਸ ਆਰ ਸੇਮ। ਇਹਦੇ ਵਿੱਚ ਸਿਰਫ ਥਰਡ ਅਤੇ ਫੋਰਥ ਸਟੈਪ 'ਚ ਹੀ ਡਿਫਰੈਂਸ ਹੈ, ਬਾਕੀ ਸਾਰਾ ਸੇਮ ਹੈ ਫਸਟ ਅਤੇ ਸੈਕਿੰਡ ਵਾਲਾ। ਜਿਵੇਂ ਆਪਾਂ ਆਰਗੂਮੈਂਟ ਕੱਢੀ ਸੀ ਉਵੇਂ ਪ੍ਰਿੰਸੀਪਲ ਆਰਗੂਮੈਂਟ ਕੱਢ ਸਕਦੇ ਹਾਂ। ਹੁਣ ਦੇਖੋ ਇਹਦੇ ਵਿੱਚ ਜਿਵੇਂ ਫਸਟ ਕੁਆਡਰੈਂਟ 'ਚ ਥੀਟਾ, ਸੈਕਿੰਡ ਕੁਆਡਰੈਂਟ 'ਚ ਕੱਢਣੀ ਹੈ ਤਾਂ π ਮਾਈਨਸ ਥੀਟਾ, ਥਰਡ ਕੁਆਡਰੈਂਟ 'ਚ ਕੀ ਹੋ ਜੂ -π ਮਾਈਨਸ ਥੀਟਾ, ਅਤੇ ਫੋਰਥ ਕੁਆਡਰੈਂਟ ਮਾਈਨਸ ਥੀਟਾ। ਇਹ ਕਿਸ ਤਰ੍ਹਾਂ ਹੁੰਦਾ ਦੇਖੋ, ਜੇ ਆਪਾਂ ਐਂਟੀ ਕਲੋਕਵਾਈਜ਼ ਡਾਇਰੈਕਸ਼ਨ 'ਚ ਜਾਂਦੇ ਹਾਂ
ਐਂਟੀ ਕਲੋਕਵਾਈਜ਼ ਡਾਇਰੈਕਸ਼ਨ ਤਾਂ ਐਂਗਲ ਹਮੇਸ਼ਾ ਪੋਜ਼ਿਟਿਵ ਰਹੂਗਾ। ਜੇ ਕਲੋਕਵਾਈਜ਼ ਡਾਇਰੈਕਸ਼ਨ 'ਚ ਆਪਾਂ ਮੇਜਰ ਕਰਦੇ ਹਾਂ ਤਾਂ ਹੋਊਗਾ ਨੈਗੇਟਿਵ। ਪ੍ਰਿੰਸੀਪਲ ਆਰਗੂਮੈਂਟ 'ਚ ਕੀ ਹੁੰਦਾ, ਆਪਾਂ ਮਿਨੀਮਮ ਐਂਗਲ ਦੇਖਣਾ ਹੁੰਦਾ ਕਿੱਧਰੋਂ ਹੈ। ਜੇ ਐਂਟੀ ਕਲੋਕਵਾਈਜ਼ ਕਿੰਨੇ ਆਉਂਦਾ ਤਾਂ ਐਂਟੀ ਕਲੋਕਵਾਈਜ਼ ਕਿੰਨੇ ਮੇਜਰ ਕਰ ਲਾਂਗੇ ਆਪਾਂ। ਜੇ ਕਲੋਕਵਾਈਜ਼ ਕਿੰਨੇ ਆਉਂਦਾ ਕਲੋਕਵਾਈਜ਼, ਜੋ ਕਲੋਕਵਾਈਜ਼ ਕਿੰਨੇ ਐਂਗਲ ਮੇਜਰ ਕਰਾਂਗੇ ਉਦੋਂ ਮੂਹਰੇ ਕੀ ਲੱਗੂਗਾ, ਨੈਗੇਟਿਵ ਸਾਈਨ। ਇਸ ਕਰਕੇ ਜੇ ਥਰਡ ਕੁਆਡਰੈਂਟ 'ਚ -π-θ ਹੁੰਦਾ ਅਤੇ ਫੋਰਥ ਕੁਆਡਰੈਂਟ 'ਚ -θ ਹੁੰਦੀ ਹੈ ਪ੍ਰਿੰਸੀਪਲ ਆਰਗੂਮੈਂਟ। ਦੇਖ ਸਕਦੇ ਹੋ ਜੀ, ਆਰਗੂਮੈਂਟ ਐਂਡ ਪ੍ਰਿੰਸੀਪਲ ਆਰਗੂਮੈਂਟ ਆਰ ਸੇਮ ਇਫ ਜ਼ੈਡ ਲਾਈਜ਼ ਇਨ ਫਸਟ ਔਰ ਸੈਕਿੰਡ ਕੁਆਡਰੈਂਟ। ਆਰਗੂਮੈਂਟ ਅਤੇ ਪ੍ਰਿੰਸੀਪਲ ਆਰਗੂਮੈਂਟ ਸੇਮ ਹੀ ਰਹੂਗੀ ਜੇ ਆਪਣਾ ਕੰਪਲੈਕਸ ਨੰਬਰ ਫਸਟ ਜਾਂ ਸੈਕਿੰਡ ਕੁਆਡਰੈਂਟ 'ਚ ਲਾਈ ਕਰ ਜਾਂਦਾ। ਠੀਕ ਹੈ, ਇਸ ਵਿੱਚ ਇੱਕ ਦੋ ਐਗਜ਼ਾਮਪਲ ਦੇਖ ਸਕਦੇ ਇਹਦੀ। ਮੰਨ ਲਓ Z ਇਜ਼ ਇਕੁਅਲ ਟੂ 2 - 2 ਆਈਟਾ। ਠੀਕ ਹੈ, ਹੁਣ ਦੇਖੋ ਜੀ ਰੀਅਲ ਪਾਰਟ ਕਿੰਨਾ ਆ ਗਿਆ 2 ਅਤੇ ਟੈਨ ਥੀਟਾ ਆਪਾਂ ਕੀ ਕੀਤਾ ਸੀ, ਇਮੇਜਨਰੀ ਪਾਰਟ ਅਪੋਨ ਰੀਅਲ ਪਾਰਟ। ਠੀਕ ਹੈ, ਇਜ਼ ਇਕੁਅਲ ਟੂ ਕਿੰਨਾ ਆ ਗਿਆ -1। ਹੁਣ ਦੇਖੋ ਇਹ ਸਭ ਤੋਂ ਪਹਿਲਾਂ ਤਾਂ ਸਾਈਨ ਥੀਟਾ ਬਟਾ ਕੋਸ ਥੀਟਾ ਹੁੰਦਾ। ਸਾਈਨ ਨੈਗੇਟਿਵ ਆਪਣੇ ਕੋਲ, ਇਹ ਪੁਆਇੰਟ ਦੇਖੋ ਕਿੱਥੇ ਲਾਈ ਕਰੂਗਾ 2 - 2 ਪੁਆਇੰਟ, 2 - 2 ਪੁਆਇੰਟ ਆਪਣੇ ਲਈ ਸੈਕਿੰਡ ਕੁਆਡਰੈਂਟ 'ਚ ਲਾਈ ਕਰੂਗਾ ਇਹ। ਮਤਲਬ ਇਹਦੇ 'ਚ ਆਪਣਾ ਪ੍ਰਿੰਸੀਪਲ ਆਰਗੂਮੈਂਟ ਕਿੰਨੀ ਆਊਗੀ, π - ਥੀਟਾ। ਥੀਟਾ ਕਿੰਨਾ ਆ ਜੂਗਾ ਉਰੇ 45 ਡਿਗਰੀ, 180 - 45 ਕਰ ਲਓ। ਉਰੇ ਥੀਟਾ ਆਪਣੀ ਪ੍ਰਿੰਸੀਪਲ ਆਰਗੂਮੈਂਟ ਕਿੰਨੀ ਹੈਗੀ 135 ਡਿਗਰੀ। ਇਸ ਤਰ੍ਹਾਂ ਤੁਸੀਂ ਇਹਨੂੰ ਸੋਲਵ ਕਰ ਸਕਦੇ ਹੋ। ਅੱਗੇ ਹੈਗਾ ਪੋਲਰ ਫਾਰਮ ਆਫ ਕੰਪਲੈਕਸ ਨੰਬਰ। ਇਨ ਦਿਸ ਫਿਗਰ OPQ is a right angle triangle. Cos theta is equal to x upon r, sin theta is equal to y upon r. x is equal to r cos theta ਅਤੇ y is equal to r sin theta। ਕੰਪਲੈਕਸ ਨੰਬਰ ਨੂੰ ਆਪਾਂ ਕਿਵੇਂ ਪੋਲਰ ਫਾਰਮ 'ਚ ਰਿਪਰੈਜ਼ੈਂਟ ਕਰ ਸਕਦੇ ਹਾਂ। ਕੰਪਲੈਕਸ ਨੰਬਰ ਕੀ ਹੁੰਦਾ, z is equal to x plus iota y is equal to r cos theta plus iota r sin theta। r cos theta plus iota sin theta where r is equal to z modulus, theta is equal to argument z। ਜੇ ਆਪਾਂ r ਕੱਢਣੀ ਹੋਵੇ ਇਹਦੇ ਵਿੱਚੋਂ ਤਾਂ z ਦਾ ਮੋਡੂਲਸ ਲੈ ਲਾਂਗੇ, ਉਵੇਂ z is equal to x√x² plus y²। ਅਤੇ ਥੀਟਾ ਲਈ ਆਪਾਂ ਨੂੰ ਕੱਢਣਾ ਪਿਆ ਕਰੂ, ਉਵੇਂ ਆਰਗੂਮੈਂਟ ਕੱਢਣੀ ਪਿਆ ਕਰੂ ਕੰਪਲੈਕਸ ਨੰਬਰ ਦੀ। ਇਹਨੂੰ ਕਹਿੰਦੇ ਆਪਾਂ ਪੋਲਰ ਫਾਰਮ ਆਫ ਕੰਪਲੈਕਸ ਨੰਬਰ। ਨੈਕਸਟ ਹੈ ਲੋਕੀ ਆਫ ਕੰਪਲੈਕਸ। ਆਪਾਂ ਕਿਸੇ ਵੀ ਕੰਪਲੈਕਸ ਪਲੇਨ ਦਾ ਲੋਕੀ ਕਿਵੇਂ ਕੱਢ ਸਕਦੇ ਹਾਂ। ਮੰਨ ਲਓ z - z0 ਮੋਡੂਲਸ ਇਕੁਅਲ ਟੂ a ਰਿਪਰੈਜ਼ੈਂਟ ਸਰਕਮਫਰੈਂਸ ਆਫ ਸਰਕਲ ਸੈਂਟਰਡ ਐਟ z0 ਰੇਡੀਅਸ a। z - z0 smaller than a represent interior of circle, greater than a represent exterior of circle। ਹੁਣ ਦੇਖੋ ਆਪਣੇ ਲਈ ਇੱਕ ਰੇਡੀਅਸ a ਹੈ, ਸਰਕਮਫਰੈਂਸ ਆਫ ਸਰਕਲ ਹੈ। ਜੇ z - z0 ਇਜ਼ ਇਕੁਅਲ ਟੂ a ਹੀ ਹੋ ਗਿਆ ਫਿਰ ਤਾਂ ਪੁਆਇੰਟ ਸਰਕਲ ਦੇ ਉੱਤੇ ਲਾਈ ਕਰ ਜੂਗਾ। ਜੇ ਸਮੋਲਰ ਦੈਨ a ਹੋ ਗਿਆ ਤਾਂ ਪੁਆਇੰਟ ਇੰਟੀਰੀਅਰ ਲਾਈ ਕਰੂਗਾ ਸਰਕਲ ਦੇ। ਜੇ ਗ੍ਰੇਟਰ ਦੈਨ a ਹੋ ਗਿਆ ਰੇਡੀਅਸ ਦੈਨ ਐਕਸਟੀਰੀਅਰ ਆਫ ਦਾ ਸਰਕਲ ਲਾਈ ਕਰੂ। z - z1 ਇਜ਼ ਇਕੁਅਲ ਟੂ z - z2 ਹੋ ਜੇ, ਇਹ ਰਿਪਰੈਜ਼ੈਂਟ ਕਰਦਾ ਪਰਪੈਂਡੀਕੂਲਰ ਬਾਈਸੈਕਟਰ ਆਫ ਸੈਗਮੈਂਟ ਵਿਦ ਐਂਡ ਪੁਆਇੰਟਸ z1 ਐਂਡ z2। ਉਹ ਦੋਨਾਂ ਕੀ ਪਰਪੈਂਡੀਕੂਲਰ ਬਾਈਸੈਕਟਰ ਹੋਣਗੇ। ਜੇ z - z1 upon z - z2 ਇਜ਼ ਇਕੁਅਲ ਟੂ k, ਇਟ ਰਿਪਰੈਜ਼ੈਂਟਸ ਸਰਕਲ ਇਫ k ਨੋਟ ਇਕੁਅਲ ਟੂ 1। ਜੇ k ਇਜ਼ ਇਕੁਅਲ ਟੂ 1 ਹੋ ਜੇ ਫਿਰ ਪਰਪੈਂਡੀਕੂਲਰ, ਦੁਬਾਰਾ ਫਿਰ ਫੋਰਥ ਕੰਡੀਸ਼ਨ ਹੀ ਬਣ ਜੂ। ਇਹ ਤੁਹਾਨੂੰ ਥੋੜ੍ਹਾ ਯਾਦ ਰੱਖਣੀਆਂ ਪੈਣਗੀਆਂ। ਇਸ ਤੋਂ ਬਾਅਦ ਆ ਗਿਆ ਕਿਊਬ ਰੂਟ ਆਫ ਯੂਨਿਟੀ। ਇਹ ਵੀ ਬਹੁਤ ਇੰਪੋਰਟੈਂਟ ਹੈ। ਕਿਊਬ ਰੂਟ ਆਫ ਯੂਨਿਟੀ ਕਿਵੇਂ ਹੈ, ਹੁਣ ਦੇਖੋ ਯੂਨਿਟੀ ਦੇ ਆਪਾਂ ਯੂਨਿਟ ਦਾ ਮਤਲਬ 1 ਦੇ ਕਿਊਬ ਰੂਟ ਕੱਢਣੇ ਹੋਣ ਉਹ ਕਿਵੇਂ ਕੱਢਾਂਗੇ। ਦੇਖੋ z ਇਜ਼ ਇਕੁਅਲ ਟੂ 1 ਦੀ ਪਾਵਰ 1/3 ਕਿਊਬ ਰੂਟ ਆਫ 1 ਕਿਊਬਿੰਗ ਔਨ ਬੋਥ ਸਾਈਡ z ਕਿਊਬ ਇਜ਼ ਇਕੁਅਲ ਟੂ 1, z ਕਿਊਬ ਇਜ਼ ਇਕੁਅਲ ਟੂ 1, z ਕਿਊਬ - 1 ਇਜ਼ ਇਕੁਅਲ ਟੂ 0। ਉਰੇ a ਕਿਊਬ - b ਕਿਊ ਦਾ ਫਾਰਮੂਲਾ ਲੱਗ ਗਿਆ a - b a² ਪਲੱਸ ab ਪਲੱਸ b²। ਠੀਕ ਹੈ, ਇੱਥੋਂ ਇੱਕ ਤਾਂ ਆ ਗਈ ਆਪਣੀ ਵੈਲਿਊ z ਇਜ਼ ਇਕੁਅਲ ਟੂ 1 ਆ ਗਿਆ, ਇਹ ਕੀ ਰੀਅਲ ਪਾਰਟ ਆ ਗਿਆ। ਅਤੇ ਦੂਸਰਾ ਕੀ ਹੈਗਾ, ਇਹ ਤੋਂ ਆਪਾਂ ਡਿਸਕ੍ਰਿਮੀਨੈਂਟ ਫਾਰਮੂਲਾ ਲਾਇਆ, z ਦੀ ਵੈਲਿਊ ਕੀ ਹੈਗੀ ਇਮੇਜਨਰੀ ਆ ਗਈ। ਇਹਨੂੰ ਕਿਸ ਤਰ੍ਹਾਂ ਰਿਪਰੈਜ਼ੈਂਟ ਕਰ ਸਕਦੇ ਆਪਾਂ, ਓਮੇਗਾ ਅਤੇ ਓਮੇਗਾ ਸਕੇਅਰ ਨਾਲ ਰਿਪਰੈਜ਼ੈਂਟ ਕਰ ਸਕਦੇ ਹਾਂ। ਠੀਕ ਹੈ, ਹੇਅਰ ਵੀ ਫਾਈਂਡ ਦਾ ਵੈਲਿਊਜ਼ ਆਫ। ਠੀਕ ਹੈ, ਇਹ ਯਾਦ ਰੱਖਣਾ ਪਊ ਤੁਹਾਨੂੰ। ਅਤੇ ਇੱਕ ਇਹ 'ਚ ਹੁੰਦਾ ਉਹ ਪ੍ਰੋਪਰਟੀਜ਼ ਹੁੰਦੀਆਂ ਓਮੇਗਾ ਕਿਊਬ ਇਜ਼ ਇਕੁਅਲ ਟੂ 1। ਠੀਕ ਹੈ, ਅਤੇ ਓਮੇਗਾ ਸਕੇਅਰ ਇਜ਼ ਇਕੁਅਲ ਟੂ 1। ਇਸ ਤਰ੍ਹਾਂ ਪ੍ਰੋਪਰਟੀਜ਼ ਹੁੰਦੀਆਂ ਇਹਦੀਆਂ। ਅਤੇ ਇੱਕ ਹੋਰ ਪ੍ਰੋਪਰਟੀ ਹੁੰਦੀ ਹੈ ਇਹਦੀ 1 ਪਲੱਸ ਓਮੇਗਾ ਸਕੇਅਰ ਇਜ਼ ਇਕੁਅਲ ਟੂ 1 0 ਸੋਰੀ। ਠੀਕ ਹੈ, ਆਹ ਵੀ ਪ੍ਰੋਪਰਟੀਜ਼ ਇਹਦੀਆਂ। ਓਮੇਗਾ ਕਿਊਬ ਇਜ਼ ਇਕੁਅਲ ਟੂ 1 ਹੁੰਦਾ, 1 ਪਲੱਸ ਓਮੇਗਾ ਸਕੇਅਰ ਇਜ਼ ਇਕੁਅਲ ਟੂ 0।
इस तरह ਆਪਾਂ ਕੋਈ ਵੀ ਪਾਵਰ ਚੱਲੀਏ 1 + ਓਮੇਗਾ ਸਕੇਅਰ ਦੀ ਤਾਂ ਇਕੁਅਲ ਟੂ 0 ਹੀ ਹੋਊਗਾ। ਓਮੇਗਾ ਸਕੇਅਰ ਦੀ ਸਕੇਅਰ ਲੈਂਦੇ ਹਾਂ ਇਕੁਅਲ ਟੂ ਓਮੇਗਾ ਸਕੇਅਰ ਨੂੰ 1 ਓਮੇਗਾ ਵੀ ਲਿਖ ਸਕਦੇ ਹਾਂ ਅਤੇ ਓਮੇਗਾ ਇਕੁਅਲ ਓਮੇਗਾ ਸਕੇਅਰ ਦਾ ਮੋਡੂਲਸ ਵੀ ਲਿਖ ਸਕਦੇ ਹਾਂ। ਵੀ ਕੈਨ ਰਿਡਿਊਸ ਪਾਵਰ ਓਮੇਗਾ ਬਾਈ ਡਿਵਾਈਡਿੰਗ ਬਾਈ 3। ਓਮੇਗਾ ਦਾ ਮੋਡੂਲਸ ਇਕੁਅਲ ਟੂ 1 ਅਤੇ ਓਮੇਗਾ ਸਕੇਅਰ ਦਾ ਮੋਡੂਲਸ ਵੀ ਇਕੁਅਲ ਟੂ 1 ਅਤੇ ਆਰਗੂਮੈਂਟ ਆਫ ਓਮੇਗਾ ਕਿੰਨੀ ਹੁੰਦੀ ਹੈ 2π/3 ਓਮੇਗਾ ਸਕੇਅਰ ਦੀ 4π/3 1 ਓਮੇਗਾ ਓਮੇਗਾ ਸਕੇਅਰ ਫੋਰਮ ਆ ਜਮੈਟਰੀ ਪਰ ਇਹ GP ਬਣਾਉਂਦੇ ਆ। ਠੀਕ ਹੈ, ਇਸ ਤੋਂ ਬਾਅਦ ਆ ਗਈ ਈਲਰ ਫੋਰਮ ਆਫ ਆ ਕੰਪਲੈਕਸ ਨੰਬਰ। ਈਲਰ ਫੋਰਮ ਕੀ ਹੁੰਦੀ ਹੈ, ਮੰਨ ਲਓ Z = x + i/y ਜਿਹੜੀ ਆਪਾਂ ਫੋਰਮ ਕੀਤੀ ਇਹਨੂੰ ਕਹਿੰਦੇ ਕਾਰਟੀਜ਼ਨ ਫੋਰਮ। ਇਸ ਤੋਂ ਬਾਅਦ ਕੀਤੀ ਆਪਾਂ ਇੱਕ ਪੋਲਰ ਫੋਰਮ Z = r cos θ + i sin θ। ਇਸ ਤੋਂ ਬਾਅਦ ਆ ਗਈ ਈਲਰ ਫੋਰਮ। ਈਲਰ ਫੋਰਮ ਇਹਦੀ ਇੱਕ ਇੰਟਰਚੇਂਜ ਕੀਤਾ ਹੋਇਆ ਬਸ ਇਹਨੂੰ ਵੀ ਲਿਖ ਸਕਦੇ ਹਾਂ Z = r e⁻ η θ। e⁻ η θ = cos θ + i sin θ ਹੁੰਦੀ ਹੈ। ਜੇ ਮਾਈਨਸ i θ ਹੋਵੇ cos θ - i sin θ। ਜਿਹਦਾ ਮੋਡੂਲਸ ਲੈਂਦੇ ਹਾਂ ਇਹ ਹਮੇਸ਼ਾ ਇਕੁਅਲ ਟੂ 1 ਹੁੰਦਾ ਹੈ। ਦੇਖ ਹੀ ਸਕਦੇ ਹੋ e ਦੀ i cos ਸਕੇਅਰ θ + sin ਸਕੇਅਰ θ = √1 r e ਦੀ i θ ਇਜ਼ ਅ ਕੰਪਲੈਕਸ ਨੰਬਰ ਵੇਅਰ ਮੋਡੂਲਸ ਇਜ਼ r ਐਂਡ ਆਰਗੂਮੈਂਟ ਇਜ਼ ਥੀਟਾ। ਇਹਨੂੰ ਕਹਿੰਦੇ ਆਪਾਂ ਈਲਰ ਫੋਰਮ। ਇਹਨੂੰ ਐਕਸਪੋਨੈਂਸ਼ੀਅਲ ਫੋਰਮ 'ਚ ਆਪਾਂ ਰਿਪਰਜੈਂਟ ਕਰਦੇ ਹਾਂ। ਇਹ ਤਿੰਨੀ ਫੋਰਮਸ ਇੰਪੋਰਟੈਂਟ ਆਪਾਂ ਕਿਸੇ ਵੀ ਫੋਰਮ 'ਚ ਆ ਸਕਦੇ ਹਾਂ, ਕਾਰਟੀਜ਼ਨ ਫੋਰਮ 'ਚ, ਪੋਲਰ ਫੋਰਮ ਅਤੇ ਈਲਰ ਫੋਰਮ 'ਚ। ਇਹ ਤੁਸੀਂ ਪੋਲਰ ਫੋਰਮ 'ਚ ਖਾਸ ਕਰ ਧਿਆਨ ਰੱਖਣਾ ਅਤੇ i ਨਾਲ sin θ ਹੀ ਹੋਣਾ ਚਾਹੀਦਾ। ਜੇ ਮੰਨ ਲਓ i cos θ ਹੋ ਜਾਵੇ ਫਿਰ ਉਹ ਸਮ ਆਪਣਾ ਗਲਤ ਹੋ ਜਾਊਗਾ। ਨੈਕਸਟ ਹੈ ਆਪਣੇ ਲਈ ਡੇਮਿਵਰਜ਼ ਥਿਊਰਮ। ਇਹ ਵੀ ਬਹੁਤ ਇੰਪੋਰਟੈਂਟ ਥਿਊਰਮ ਹੈ। ਮੰਨ ਲਓ cos θ + i sin θ ਦੀ ਪਾਵਰ ਹੋਲ ਦੀ ਪਾਵਰ n ਹੈ। ਇਹਨੂੰ ਸੋਲਵ ਕਰਨਾ। ਸੋਲਵ ਕਰਨ ਲਈ ਜਿੰਨੀ ਵੀ ਪਾਵਰ ਹੋਊ ਉਹਨੂੰ ਕੀ ਲਿਆਵਾਂਗੇ ਆਪਾਂ ਨੀਚੇ ਲਿਆਵਾਂਗੇ ਐਂਗਲਸ ਦੇ ਵਿੱਚ। ਇਹ ਕਿਹਦੇ ਕੋਲ ਹੁੰਦਾ cos n θ + i sin n θ ਵੇਅਰ n ਬਿਲੋਂਗਸ ਟੂ ਇੰਟੀਜ਼ਰਸ। ਇਹਦਾ ਪ੍ਰੂਫ ਕੀ ਹੈ cos θ + i sin θ ਦੀ ਪਾਵਰ n। ਇਹਨੂੰ ਕੀ ਲਿਖ ਸਕਦੇ ਆਪਾਂ e i θ ਦੀ ਪਾਵਰ n ਲਿਖ ਸਕਦੇ ਹਾਂ e ਦੀ i n θ। ਇਹਨੂੰ ਖੋਲ੍ਹਣ ਲਈ ਕੀ ਬਣ ਜੂ cos n θ + i sin n θ। ਇਹਦੀ ਐਗਜ਼ਾਮਪਲ ਲੈ ਸਕਦੇ ਹੋ ਜਿਵੇਂ ਤੁਸੀਂ ਐਗਜ਼ਾਮਪਲ ਦੇਖੋ ਹੁਣ ਕੀ ਹੈ cos 45 + i sin 45 ਦੀ ਪਾਵਰ 8। ਹੁਣ ਇਹਨੂੰ ਇਸ ਤਰ੍ਹਾਂ ਦਾ ਪਾਵਰ ਨਾਲ ਸੋਲਵ ਕਰਨਾ ਤਾਂ ਬਹੁਤ ਕੰਪਲੈਕਸ 'ਚ ਚਲਾ ਜਾਊਗਾ। ਇਸ ਤਰ੍ਹਾਂ ਇਹਨੂੰ ਆਪਾਂ ਕੀਤਾ ਪਾਵਰ ਉਹੀ ਡੀਮੋਰਜ਼ ਥਿਊਰਮ ਲਾਈ ਪਾਵਰ ਨੂੰ ਕੀ ਲਏ ਐਂਗਲਸ ਲਏ 8π/4 + i sin 8π ਕੀ ਬਣ ਗਿਆ cos 2π + i sin 2π। ਹੁਣ cos 360 ਦੀ ਵੈਲਿਊ ਪਤਾ ਹੈ ਸਾਨੂੰ 1 ਹੁੰਦੀ ਹੈ ਅਤੇ sin 360 0। ਇਹਦਾ ਆਨਸਰ ਕਿੰਨਾ ਆ ਗਿਆ ਆਪਣੇ ਕੋਲ 1। ਬਹੁਤ ਇੰਪੋਰਟੈਂਟ ਥਿਊਰਮ, ਬਹੁਤ ਸਮ ਸੋਲਵ ਕਰਾਂਗੇ ਆਪਾਂ ਇਹਦੇ ਨਾਲ। ਚਲੋ ਹੁਣ ਆਪਣੇ ਥਿਊਰੀ ਇਸ ਵਾਰੀ ਖਤਮ ਹੋ ਚੁੱਕੇ। ਹੁਣ ਆਪਣੇ ਸਮ MCQ ਸਟਾਰਟ ਹੋ ਰਹੇ। ਤੁਸੀਂ ਦੇਖੋ ਹੁਣ ਇਹਨੂੰ ਕਿਵੇਂ ਸੋਲਵ ਕਰੋਗੇ। ਐਕਸਪ੍ਰੈਸ਼ਨ ਹੈ 1 + sin π/8 + i cos π/8 1 + sin π/8 - i cos π/8। ਇਹਦਾ ਸੋਲਿਊਸ਼ਨ ਦੇਖੋ। ਹੁਣ ਦੇਖੋ sin π/8 + i cos π/8 ਨੂੰ ਆਪਾਂ Z ਲੈਟ ਕਰ ਸਕਦੇ ਹਾਂ। ਠੀਕ ਹੈ, ਇਹਨੂੰ Z ਲੈਟ ਕੀਤਾ ਆਪਾਂ ਦੂਸਰੇ ਪਾਸੇ ਕੀ ਬਣ ਜੂ sin π/8 - i cos π/8 1/z ਹੋ ਜੂਗਾ ਉਹ। ਹੁਣ ਦੇਖੋ ਇਹ ਧਿਆਨ ਰੱਖਣਾ ਤੁਸੀਂ sin π/8 - i cos π/8 ਇਹ ਬਰਾਬਰ ਹੋ ਜੂਗਾ 1/z ਦੇ। ਓਕੇ 1/z। ਠੀਕ ਹੈ, ਸੋਰੀ ਮੈਂ ਆਨਸਰ ਸ਼ੋਅ ਕਰਤਾ ਤੁਹਾਨੂੰ ਆ ਬਣ ਗਿਆ। ਹੁਣ ਇਹਨੂੰ ਜੋ ਐਲਸੀਐਮ ਲੈ ਕੇ ਸੋਲਵ ਕਰਾਂਗੇ Z ਦੀ ਪਾਵਰ 8 Z ਦੀ ਵੈਲਿਊ ਕੀ ਲੈਟ ਕੀਤੀ ਸੀ ਆਪਾਂ cos π/8 + i cos π/8 ਦੀ ਪਾਵਰ 8। ਠੀਕ ਹੈ, ਹੁਣ ਤੁਸੀਂ π/8 ਨੂੰ ਕੀ ਲਿਖ ਸਕਦੇ ਹੋ 90 - π/8 ਲਿਖ ਸਕਦੇ ਹਾਂ। ਕਿਉਂ ਕੀਤਾ ਇਹਨੂੰ ਆਪਾਂ ਚੇਂਜ ਕੀ ਕੀਤਾ ਕਿਉਂਕਿ ਇਹ ਆਪਣੀ ਪੋਲਰ ਫੋਰਮ ਨਹੀਂ ਹੈਗੀ। ਕਿਹਾ ਸੀ ਨਾ ਆਪਾਂ cos θ + i sin θ ਆਪਣੀ ਪੋਲਰ ਫੋਰਮ। ਇਹਨੂੰ ਪੋਲਰ ਫੋਰਮ ਚੇਂਜ ਕਰਨ ਲਈ ਆਪਾਂ ਕੀ ਐਂਗਲ ਚੇਂਜ ਕਰਤਾ ਸਾਈਨ ਨੂੰ cos 'ਚ cos ਨੂੰ ਸਾਈਨ 'ਚ 90 - θ ਕਰਕੇ। ਇਸ ਤਰ੍ਹਾਂ ਹੁਣ ਬਾਅਦ ਉਮੀ ਪਾਵਰ ਹੁਣ ਡੀਮੋਸ ਥਿਊਰਮ ਲੱਗ ਜੂਗੀ। ਪਾਵਰ ਕੀ ਆ ਜੂਗੀ ਵਿੱਚ ਆ ਜੂ ਐਂਗਲ ਦੇ ਤਾਂ cos 3π ਕਿੰਨਾ ਹੁੰਦਾ ਇਕੁਅਲ ਟੂ -1 -1 ਕੀ ਹੈਗਾ ਆਪਣਾ ਆਨਸਰ। ਸੋ ਆਪਸ਼ਨ B ਇਜ਼ ਕਰੈਕਟ। ਨੈਕਸਟ ਕੁਐਸਚਨ ਹੈ ਪੋਲੀਨੋਮੀਅਲ ਇਕੁਏਸ਼ਨ ਹੈ ਇਜ਼ ਡਿਵੀਜ਼ੀਬਲ ਬਾਏ ਡੈਸ਼ ਵੇਅਰ ਓਮੇਗਾ ਇਜ਼ ਕਿਊਬ ਰੂਟ ਆਫ ਯੂਨਿਟੀ। ਓਮੇਗਾ ਕੀ ਆਪਣੇ ਲਈ ਕਿਊਬ ਰੂਟ ਆਫ ਯੂਨਿਟੀ ਹੈ। ਆਪਣੇ ਇੱਕ ਪੋਲੀਨੋਮੀਅਲ ਇਕੁਏਸ਼ਨ ਗਿਵਨ ਹੈ, ਕਹਿੰਦੇ ਦੱਸੋ ਇਹਨਾਂ ਵਿੱਚੋਂ ਕਿਸ ਨਾਲ ਇਹ ਡਿਵੀਜ਼ੀਬਲ ਹੋਊਗੀ। ਆਪਾਂ ਇਸ ਨੂੰ ਪੋਲੀਨੋਮੀਅਲ ਇਕੁਏਸ਼ਨ ਨੂੰ ਸੋਲਵ ਕਰਾਂਗੇ। ਆਪਾਂ ਕੀਤਾ ਹੁਣ ਓਮੇਗਾ ਨਾਲ ਡਿਵੀਜ਼ੀਬਲ ਆਪਾਂ ਕੀਤਾ x ਦੀ ਥਾਂ 'ਤੇ ਓਮੇਗਾ ਪੁੱਟ ਕਰਤਾ। ਜੇ ਉਹਨੂੰ ਪੁੱਟ ਕਰੋਗੇ ਦੇਖੋ ਓਮੇਗਾ ਦੀ ਪਾਵਰ 6 4 ਓਮੇਗਾ 5 + 3 ਓਮੇਗਾ 4 + 2 ਓਮੇਗਾ ਕਿਊਬ + ਓਮੇਗਾ +1 ਓਮੇਗਾ 6 ਤਾਂ ਇਕੁਅਲ ਟੂ ਕੀ ਆ ਜੂਗਾ
1 ਆਪਾਂ ਉਹੀ ਚੀਜ਼ ਕੀਤੀ ਹੈ। ਓਮੇਗਾ ਕਿਊਬ ਕੀ ਹੁੰਦਾ ਹੈ ਇਜ਼ ਇਕੁਅਲ ਟੂ 1 ਹੁੰਦਾ। ਇਹਦੀ ਪਾਵਰ ਕਿੰਨੀ ਮਰਜ਼ੀ ਲਈ ਜਾਓ, ਜਿਵੇਂ ਇਹ 'ਚ ਓਮੇਗਾ 6 ਨੂੰ ਵੀ ਲਿਖ ਸਕਦੇ ਐਵੇਂ ਲਿਖ ਸਕਦੇ ਹਾਂ। ਇਹ ਵੀ ਕੀ ਹੋਊਗਾ 1 ਸਕੇਅਰ ਇਜ਼ ਇਕੁਅਲ ਟੂ 1। ਅਸੀਂ ਓਮੇਗਾ 5 'ਚ ਓਮੇਗਾ ਕਿਊਬ ਇਜ਼ ਇਕੁਅਲ ਟੂ 1 ਓਮੇਗਾ ਸਕੇਅਰ ਰਹਿ ਗਿਆ। ਓਮੇਗਾ 4 'ਚ ਓਮੇਗਾ ਕਿਊਬ ਇਜ਼ ਇਕੁਅਲ ਟੂ 1 ਓਮੇਗਾ ਰਹਿ ਗਿਆ। ਓਮੇਗਾ ਕਿਊਬ ਇਜ਼ ਇਕੁਅਲ ਟੂ 1 ਓਮੇਗਾ ਦਾ ਓਮੇਗਾ ਪਿਆ 1 ਦਾ 1 ਪਿਆ। ਇਹਦੇ ਵਿੱਚੋਂ ਕੀ ਕੀਤਾ, ਹੁਣ ਇਹਨੂੰ ਸੋਲਵ ਕਰਾਂਗੇ ਆਪਾਂ। 4 ਦੇਖੋ 2 + 1 3 4 ਬਣ ਜੂਗਾ ਇਹ, ਠੀਕ ਹੈ। 4 ਇਹ 'ਚੋਂ ਕਾਮਨ ਕਰ ਲਿਆ ਆਪਾਂ, ਓਮੇਗਾ ਸਕੇਅਰ ਪਲੱਸ ਓਮੇਗਾ ਪਲੱਸ 1। ਇਹ ਵੀ ਆਪਾਂ ਪ੍ਰੋਪਰਟੀ ਕੀਤੀ ਸੀ, ਓਮੇਗਾ ਸਕੇਅਰ ਪਲੱਸ ਓਮੇਗਾ ਪਲੱਸ 1 ਇਜ਼ ਇਕੁਅਲ ਟੂ ਕੀ ਹੁੰਦਾ 0 ਹੁੰਦਾ। ਹੈਂਸ fx ਇਜ਼ ਡਿਵੀਜ਼ੀਬਲ ਬਾਏ x minus omega where fx is also divisible by x minus omega square as complex root occurs in conjugate pairs। ਤੇ ਜਿਹੜੇ ਰੂਟਸ ਹੁੰਦੇ ਆ ਹਮੇਸ਼ਾ ਪੇਅਰਸ ਐਗਜ਼ਿਸਟ ਕਰਦੇ ਆ, ਕੰਜੂਗੇਟ ਪੇਅਰਸ, ਜਿਵੇਂ ਆਪਾਂ ਡਿਸਕ੍ਰਿਮੀਨੈਂਟ ਫਾਰਮੂਲਾ ਕਰ ਦਿੰਦੇ ਹਾਂ। ਹੁਣ ਆਪਾਂ ਮਾਈਨਸ ਓਮੇਗਾ ਪੁੱਟ ਕਰਕੇ ਦੇਖਿਆ, ਮਾਈਨਸ ਓਮੇਗਾ ਪੁੱਟ ਕਰਕੇ ਨੋਟ ਇਕੁਅਲ ਟੂ 0 ਆ ਗਿਆ ਆਪਣੇ ਲਈ, ਠੀਕ ਹੈ। ਹੁਣ ਇਸ ਲਈ ਇਹਦਾ ਆਨਸਰ ਕੀ ਆ ਗਿਆ ਡੀ, ਐਕਸ ਮਾਈਨਸ ਓਮੇਗਾ ਅਤੇ ਐਕਸ ਮਾਈਨਸ ਓਮੇਗਾ ਸਕੇਅਰ। ਨੈਕਸਟ ਕੁਐਸਚਨ ਹੈ z ਇਜ਼ ਇਕੁਅਲ ਟੂ ਆਈਟਾ log 2 ਮਾਈਨਸ ਰੂਟ 3 ਦੈਨ ਕੋਸ z। ਇਹਦੇ ਵਿੱਚ ਕੀ ਕਰਨਾ ਆਪਾਂ, ਕੋਸ z ਦੀ ਵੈਲਿਊ ਕੱਢਣੀ ਆ। ਦਿੱਤਾ ਹੋਇਆ ਆਪਾਂ log ਦੀ ਫਾਰਮ 'ਚ ਦਿੱਤਾ ਹੋਇਆ ਕੰਪਲੈਕਸ ਨੰਬਰ। ਦੇਖੋ ਇਹਨੂੰ ਕਿਵੇਂ ਸੋਲਵ ਕਰਾਂਗੇ। ਹੁਣ ਕੋਸ z ਨੂੰ ਕੀ ਲਿਖ ਸਕਦੇ ਆਪਾਂ, ਇਹ ਤੁਹਾਨੂੰ ਫਾਰਮੂਲੇ ਯਾਦ ਰੱਖਣੇ ਪੈਣਗੇ। ਜਿਵੇਂ ਕੋਸ z ਨੂੰ ਤਾਂ ਆਪਾਂ ਲਿਖ ਸਕਦੇ ਹੁੰਦੇ ਹਾਂ, ਬਹੁਤ ਇੰਪੋਰਟੈਂਟ ਫਾਰਮੂਲਾ ਇਹ। ਅਤੇ ਸਾਈਨ z ਨੂੰ ਲਿਖ ਸਕਦੇ ਹੁੰਦੇ ਆਪਾਂ, ਸਾਈਨ z ਨੂੰ ਲਿਖ ਸਕਦੇ ਹਾਂ ਆਪਾਂ e ਦੀ ਆਈਟਾ z ਮਾਈਨਸ e ਦੀ ਮਾਈਨਸ ਆਈਟਾ z ਡਿਵਾਈਡ ਬਾਏ 2। ਆਪਾਂ ਨੂੰ ਫਾਰਮੂਲਾ ਕਿਵੇਂ, ਕੋਸ ਆਈਟਾ log 2 ਮਾਈਨਸ ਰੂਟ 3 ਸੀ, ਫਾਰਮੂਲਾ ਲਗਾਇਆ ਅਤੇ ਆਪਾਂ ਆਪਣੇ ਲਈ ਕੀ ਬਣ ਗਿਆ, ਆਈਟਾ ਸਕੇਅਰ ਇਜ਼ ਇਕੁਅਲ ਟੂ -1 ਹੋ ਜੂਗਾ। e ਦੀ log ਆ, ਇਹ ਵੀ ਪ੍ਰੋਪਰਟੀ ਹੁੰਦੀ ਹੈ, e log ਦੀ ਪ੍ਰੋਪਰਟੀ ਹੁੰਦੀ ਹੈ, e ਦੀ ਪਾਵਰ log ਹੋਵੇ ਹਮੇਸ਼ਾ ਇਜ਼ ਇਕੁਅਲ ਟੂ 1 ਹੁੰਦਾ। 1/2 ਮਾਈਨਸ ਰੂਟ 3 2 ਮਾਈਨਸ ਰੂਟ 3 ਹੋ ਗਿਆ ਇਹ, ਡਿਵਾਈਡ ਬਾਈ 2। ਇਹਨੂੰ ਸੋਲਵ ਕਰਾਂਗੇ, ਕੋਸ z ਬਰਾਬਰ ਕੋਸ z ਦੀ ਵੈਲਿਊ ਕਿੰਨੀ ਆ ਗਈ ਆਪਣੇ ਲਈ 2। ਤੁਸੀਂ ਦੇਖ ਸਕਦੇ ਹੋ ਇਹਦਾ ਆਨਸਰ ਕਿੰਨਾ ਆ ਗਿਆ ਆਪਣੇ ਕੋਲੇ ਡੀ। ਪ੍ਰਿੰਸੀਪਲ ਆਰਗੂਮੈਂਟ ਆਫ ਦਾ ਕੰਪਲੈਕਸ ਨੰਬਰ। ਹੁਣ ਆਪਣੇ ਲਈ ਇੱਕ ਕੰਪਲੈਕਸ ਨੰਬਰ ਗਿਵਨ ਆ, ਇਹਦੀ ਆਪਾਂ ਪ੍ਰਿੰਸੀਪਲ ਆਰਗੂਮੈਂਟ ਕੱਢਣੀ ਆ। ਕਿਵੇਂ ਕੱਢੋਗੇ, ਹੁਣ ਦੇਖੋ ਇਹਨੂੰ, ਇਹਦੀ ਪ੍ਰਿੰਸੀਪਲ ਆਰਗੂਮੈਂਟ ਕੱਢਣ ਲਈ ਆਪਾਂ ਨੂੰ ਪਹਿਲਾਂ ਇਹਨੂੰ ਸੋਲਵ ਕਰਨਾ ਪਊਗਾ। ਜਾਂ ਤੁਸੀਂ ਐਂ ਵੀ ਕਰ ਸਕਦੇ ਹੋ ਵੀ ਇਕੱਲੇ ਦੀ, ਜਿਵੇਂ ਪਹਿਲਾਂ 1+ ਆਈਟਾ ਦੀ ਪ੍ਰਿੰਸੀਪਲ ਆਰਗੂਮੈਂਟ ਕੱਢ ਲਓ, ਫਿਰ 1+ ਰੂਟ 3 ਆਈਟਾ ਦੀ, ਫਿਰ ਨੀਚਰਲੇ ਦੀ, ਫਿਰ ਬਾਅਦ 'ਚ ਉਹਨੂੰ ਸੋਲਵ ਕਰ ਲਾਂਗੇ ਆਪਾਂ। ਦੇਖੋ ਇਹਨਾਂ ਨੇ ਕਿਵੇਂ ਕੀਤਾ, ਇਹਨੇ ਕੀਤਾ ਪਹਿਲਾਂ ਰੂਟ 2 ਨਾਲ, ਰੂਟ 2 ਦੀ ਪਾਵਰ 5 ਨਾਲ ਮਲਟੀਪਲਾਈ ਅਤੇ ਡਿਵਾਈਡ ਕਰਤਾ, ਅਤੇ ਇਹਦੇ ਵਿੱਚ 2 ਸਕੇਅਰ ਨਾਲ ਮਲਟੀਪਲਾਈ ਡਿਵਾਈਡ ਕਰਤਾ, ਨੀਚੇ 2 ਨਾਲ ਮਲਟੀਪਲਾਈ ਡਿਵਾਈਡ ਕਰਤਾ। ਆਰਗੂਮੈਂਟ ਕੀ ਬਣ ਗਈ 5π/4 + 2π/3 - π/2 + π/6 19 π/12 ਬਣ ਗਈ। ਦੇਅਰਫੋਰ ਦਾ ਪ੍ਰਿੰਸੀਪਲ ਆਰਗੂਮੈਂਟ ਇਜ਼ -5π/12। ਕਿਉਂਕਿ ਆਪਾਂ ਨੂੰ ਪ੍ਰਿੰਸੀਪਲ ਆਰਗੂਮੈਂਟ ਕਹੀ ਸੀ, ਤੁਸੀਂ 19 π/12 ਦੇਖ ਸਕਦੇ ਹੋ ਕਿਹੜੇ ਕੁਆਡਰੈਂਟ 'ਚ ਲਾਈ ਕਰੂਗਾ ਇਹ। ਉਸ ਤਰ੍ਹਾਂ ਆਪਾਂ ਇਹਨੂੰ ਸੋਲਵ ਕਰ ਲਾਂਗੇ, ਠੀਕ ਹੈ। ਇਹਦਾ ਸਹੀ ਕਰੈਕਟ ਆਨਸਰ ਆ ਗਿਆ ਸੀ। ਨੈਕਸਟ ਕੁਐਸਚਨ ਹੈ, ਇਫ z ਇਜ਼ ਇਕੁਅਲ ਟੂ ਆਈਟਾ ਦੀ ਪਾਵਰ ਆਈਟਾ ਦੈਨ z ਮੋਡੂਲਸ ਇਜ਼ ਇਕੁਅਲ ਟੂ। ਆਪਾਂ ਇਹਦਾ ਮੋਡੂਲਸ ਕੱਢਣਾ। ਮੋਡੂਲਸ ਕੱਢਣ ਲਈ ਆਪਾਂ ਉਵੇਂ ਲੈਟ ਕਰ ਸਕਦੇ ਹਾਂ ਇਹਨੂੰ, ਕੋਸ π/2 + ਆਈਟਾ ਸਾਈਨ π/2। ਇਹ ਕਿਹਦੇ ਬਰਾਬਰ ਹੁੰਦਾ, e ਦੀ ਪਾਵਰ ਆਈਟਾ π/2। ਆਈਟਾ ਦੀ ਪਾਵਰ ਆਈਟਾ, ਆਪਾਂ ਕੀ ਲਿਖਤਾ ਇਹਨੂੰ, ਆਈਟਾ ਨੂੰ e ਦੀ ਪਾਵਰ ਆਈਟਾ π/2, ਕਿਉਂਕਿ ਇਹਨੂੰ ਲਿਖ ਸਕਦੇ ਆਪਾਂ ਕੋਸ π/2 ਕੀ ਹੁੰਦਾ 0 ਅਤੇ ਸਾਈਨ π/2 1। ਇਹਦੀ ਪਾਵਰ ਆਈਟਾ ਬਣ ਗਈ, e ਦੀ ਪਾਵਰ -π/2 ਆਈਟਾ ਸਕੇਅਰ ਇਜ਼ ਇਕੁਅਲ ਟੂ -1। z ਇਜ਼ ਇਕੁਅਲ ਟੂ ਆਈਟਾ ਦੀ ਪਾਵਰ ਆਈਟਾ ਦੀ ਪਾਵਰ e -π/2। ਇਹ ਕੀ ਆ ਜੂ ਇਜ਼ ਇਕੁਅਲ ਟੂ 1। ਮੋਡੂਲਸ ਇਹਦਾ ਇਜ਼ ਇਕੁਅਲ ਟੂ 1। ਆਨਸਰ ਕੀ, ਕਰੈਕਟ ਆਪਸ਼ਨ ਕੀ ਆ ਗਿਆ ਆਪਣੇ ਲਈ A1। ਓਕੇ ਗਾਇਜ਼, ਥੈਂਕ ਯੂ। ਅੱਜ ਦਾ ਸੈਸ਼ਨ ਇੱਥੇ ਤੱਕ ਹੀ ਸੀ ਆਪਣਾ ਕੰਪਲੈਕਸ ਨੰਬਰ ਦਾ। ਜੇ ਵਧੀਆ ਲੱਗੇ ਹੋਏ ਵੀਡੀਓ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ। ਥੈਂਕ ਯੂ।